ਅੰਮ੍ਰਿਤਪਾਲ ਨੂੰ ਤਾਂ ਇੱਕ ਮੋਹਰਾ ਬਣਾਇਆ ਹੋਇਆ ਤੇ ਇਹ ਜਿਹੜੇ ਇਸ ਕਿਸਮ ਦੇ ਰੈਂਟਾ ਸਿੱਖ ਔਰ ਦੋਗਲੇ ਔਰ ਵਿਕਾਂਦਰੂ ਮਾਰ ਔਰ ਦੂਸਰੇ ਨੇ ਇਹ ਆਪਣੇ ਐਨਾਲਿਸਿਸ ਤੇ ਲੱਗੇ ਹੋਏ ਨੇ। ਉਹ ਬਿਠਾਏ ਹੁੰਦੇ ਨੇ ਟੀਵੀ ਚੈਨਲਾਂ ਦੇ ਉੱਤੇ। ਅੰਮ੍ਰਿਤਪਾਲ ਨੇ ਕੀ ਗਲਤੀਆਂ ਕੀਤੀਆਂ ਜੋ ਉਸ ਉੱਤੇ ਹੁਣ ਭਾਰੀ ਪੈ ਗਈਆਂ। ਅੰਮ੍ਰਿਤਪਾਲ ਨੂੰ ਜਿਨ੍ਹਾਂ ਲੋਕਾਂ ਨੇ ਟ੍ਰੇਨਿੰਗ ਦੇ ਕੇ ਪੰਜਾਬ ਭੇਜਿਆ ਸੀ ਉਹਨਾਂ ਤੋਂ ਇੱਕ ਗਲਤੀ ਹੋ ਗਈ। ਅੰਮ੍ਰਿਤਪਾਲ ਥੋੜਾ ਤੇਜ਼ੀ ਨਾਲ ਚੱਲਦਾ, ਜੇਕਰ ਉਹ ਆਰਾਮ ਨਾਲ ਚੱਲਦਾ ਤਾਂ ਹਥਿਆਰਾਂ ਦਾ ਦਿਖਾਵਾ ਕਰਨ ਦੀ ਲੋੜ। ਇਹ ਕੈਟਾਗਰੀ ਇਹ ਪ੍ਰੂਵ ਕਰਨ ਤੇ ਲੱਗੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਟ੍ਰੇਨਡ ਕਰਕੇ, ਹੁਣ ਫਰਕ ਇੰਨਾ ਹੀ ਹੈ ਇਹ ਬੀਜੇਪੀ ਦੀ ਟ੍ਰੇਨਿੰਗ ਦੇ ਖਾਤੇ 'ਚ ਪਾਉਣ ਵਾਲੇ ਹੋਣਗੇ ਤੇ ਜਿਹੜੇ ਦੂਸਰੇ ਨੇ ਭਗਵੰਤ ਮਾਨ ਦਾ ਜਿਹੜਾ ਸਰਕਾਰੀ ਲਾਣਾ ਹੈ ਸਾਰਾ ਆਮ ਆਦਮੀ ਦਾ ਜਾਂ ਬੀਜੇਪੀ ਦਾ, ਉਹ ਉਸ ਨੂੰ ISI ਦੇ ਖਾਤੇ 'ਚ ਪਾਉਣ ਲੱਗੇ ਹੋਏ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਤਵੀ ਕਾਤਲਾਂ ਨੂੰ ਵੀ ਆਪਣੇ ਗੱਲ ਨਾਲ ਲਾ ਕੇ ਵਡਿਆਉਂਦੇ ਹਨ। ਉਹ ਭਾਵੇਂ ਨੱਥੂ ਰਾਮ ਗੋਡਸੇ ਹੋਵੇ, ਕਰਨਲ ਪ੍ਰੋਹਿਤ ਹੋਵੇ ਜਾਂ ਪ੍ਰਗਿਆ ਸਾਧਵੀ। ਪਰ ਜੇ ਅਸੀਂ ਆਪਣੇ ਇੱਕ ਤਬਕੇ ਦਾ ਹਾਲ ਦੇਖੀਏ ਕਿ ਉਹ ਹਿੰਦੂ ਤਵੀਆਂ ਦੇ ਢੇਰ ਚੜ੍ਹ ਕੇ ਬੇਗੁਨਾਹ ਸਿੱਖਾਂ ਨੂੰ ਭੰਡਣ ਦੇ ਲੱਗੇ ਹੋਏ ਜਾਂਦੇ ਹਨ, ਜਿਸ ਦੀ ਤਾਜ਼ਾ ਉਦਾਹਰਨ ਭਾਈ ਅੰਮ੍ਰਿਤਪਾਲ ਸਿੰਘ ਹਨ। ਇਹ ਤਬਕਾ ਉਹਨਾਂ ਦੀਆਂ ਗਲਤੀਆਂ ਕੱਢਣ ਤੇ ਹੈ, ਜਦੋਂ ਕਿ ਸਾਹਮਣੇ ਜੋ ਵਾਪਰਿਆ ਹੈ ਭਾਰਤੀ ਸਟੇਟ ਦਾ ਤਸ਼ੱਦਦ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 6ਵਾਂ ਦਿਨ ਹੈ ਉੱਥੇ ਤਾਂ ਆਲਰੇਡੀ 9.5 ਘੰਟੇ ਅੱਗੇ ਵਕਤ ਹੈ, ਸਵੇਰ ਹੋ ਚੁੱਕੀ ਹੈ ਅਗਲੇ ਦਿਨ ਦੀ ਜੀ। ਲਗਾਤਾਰ ਇੰਟਰਨੈਟ ਬਹੁਤ ਸਾਰੀਆਂ ਥਾਵਾਂ ਤੇ ਬੰਦ ਹੈ। ਜ਼ੁਲਮ ਦੀ ਹਨੇਰੀ ਪੂਰੀ ਤਰ੍ਹਾਂ ਝੁੱਲ ਰਹੀ ਹੈ ਜੀ। ਪਰਿਵਾਰਾਂ ਦੀਆਂ ਬੀਬੀਆਂ ਔਰ ਬੱਚਿਆਂ ਨੂੰ ਵੀ ਜਿਹੜਾ ਉਹ ਲਿਜਾਇਆ ਜਾ ਰਿਹਾ ਚੁੱਕ ਕੇ, ਜਿਵੇਂ ਪਪਲਪ੍ਰੀਤ ਸਿੰਘ ਹੋਰਾਂ ਦੇ ਪਰਿਵਾਰ ਬਾਰੇ ਖਬਰ ਹੈ, ਅਸੀਂ ਡਿਸਕਸ ਕੀਤੀ ਹੈ ਪਹਿਲੇ ਸੈਗਮੈਂਟ 'ਚ। ਬਿਲਕੁਲ। ਔਰ ਦਿੱਲੀ ਦੇ ਬੈਠੇ ਉਹਨਾਂ ਦੇ ਮੁੱਖ ਧਾਰਾ ਖੌਤੀ ਜਿਹੜਾ ਸਾਰਾ ਲਾਣਾ ਹੈ ਟੀਵੀ ਔਰ ਸੋਸ਼ਲ ਮੀਡੀਆ, ਡਿਜੀਟਲ ਮੀਡੀਆ ਤੇ ਵੀ ਉਹਨਾਂ ਦੇ ਹੀ ਏਜੰਟ ਬੈਠੇ ਹੋਏ ਨੇ। ਉਹਨਾਂ ਨੇ 6ਵੇਂ ਦਿਨ ਵੀ ਕੋਈ ਪੰਜਾਬ ਨੂੰ ਜਾਂ ਕੋਈ ਸਿੱਖ ਇਮੇਜ ਨੂੰ ਢਾਹ ਲਾਉਣ ਵਾਲੇ ਜਿਹੜੀ ਉਹਨਾਂ ਦੀ ਮੁਹਿੰਮ ਹੈ ਉਸ ਦੇ ਵਿੱਚ ਕੋਈ ਢਿੱਲ ਨਹੀਂ ਦਿੱਤੀ। ਉਹ ਲਗਾਤਾਰਤਾ ਦੇ ਨਾਲ ਉਸ ਦਾ ਦਾਇਰਾ ਵੀ ਐਕਸਪੈਂਡ ਕਰ ਰਹੇ ਨੇ। ਅੰਮ੍ਰਿਤਪਾਲ ਚੀਜ਼ ਦੇ ਥੱਲੇ ਜਿਵੇਂ ਅਸੀਂ ਹਰਿਆਣੇ ਦੀ ਸਿੱਖ ਬੱਚੀ ਨੂੰ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਹਵਾਲੇ ਕਰਨ ਦੀ ਗੱਲ ਕੀਤੀ, ਔਰ ਮਹਾਰਾਸ਼ਟਰਾ ਹਜ਼ੂਰ ਸਾਹਿਬ ਤੱਕ ਦੇ ਸਾਰੀਆਂ ਹਕੂਮਤਾਂ ਜਾਂ ਪੁਲਿਸ ਚੀਫ ਉਹਨਾਂ ਦੇ ਅਲਰਟ ਦੇ ਨਾਂ ਥੱਲੇ ਉਹਨਾਂ ਸਾਰੇ ਸਿੱਖਾਂ ਨੂੰ ਵੀ ਜਿਹੜੇ ਔਨ ਦਾ ਵੇ ਪੈਂਦੇ ਨੇ ਸ਼ੱਕੀ ਬਣਾਇਆ ਗਿਆ। ਪਰ ਜਿਹੜੇ ਅਦਰਵਾਈਜ਼ ਜਿਸ ਪੰਜਾਬ ਦੇ ਨਾਲ ਇਹ ਹੋ ਰਿਹਾ ਹੈ, ਜਿਸ ਸਿੱਖ ਕੌਮ ਦੇ ਨਾਲ ਇਹ ਹੋ ਰਿਹਾ ਹੈ, ਅੱਖਾਂ ਦੇ ਸਾਹਮਣੇ ਹੋ ਰਿਹਾ। ਹੋ ਤਾਂ 38-39 ਸਾਲ ਤੋਂ ਹੀ ਕਿਸ ਕਿਸਮ ਦਾ, ਔਰ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਸਿੱਖ ਕੌਮ ਦਾ ਇੱਕ ਜਾਗਰੂਕ ਹਿੱਸਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 7 ਜਨਵਰੀ ਤੋਂ ਮੋਰਚਾ ਲਾ ਕੇ ਬੈਠਾ ਸੀ, ਔਰ ਉਹ ਆਸ ਲਾਈ ਬੈਠੇ ਸੀ ਕਿ ਭਾਈ ਇਹਨਾਂ ਚੋਂ ਇਹਦੀ ਰਿਹਾ। ਆਪ ਹੀ ਉਹ ਖਬਰਾਂ ਵੀ ਉਹਨਾਂ ਦੇ ਵਿਰੋਧੀ ਲਾਈਨ ਜਿਹੜੀ ਪਲਾਂਟ ਕਰ ਦਿੰਦੇ ਸੀ ਜੀ, ਹਾਂ ਰਿਹਾਈ ਹੋ ਸਕਦੀ ਹੈ, ਹੁਣ ਇਹ ਹੋਏਗੀ। ਪਰ ਇਹ ਤਾਂ ਬਿਲਕੁਲ ਜਿਵੇਂ ਅਸੀਂ ਉਹ ਪੰਜਾਬੀ ਦਾ ਅਖਾਣ ਅਕਸਰ ਇਸਤੇਮਾਲ ਕਰਦੇ ਹਾਂ ਕਿ ਭਾਈ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ, ਕਿ ਵੀ ਅਸੀਂ ਤਾਂ ਤਵੱਕੋ ਕਰ ਰਹੇ ਸੀ ਕਿ ਭਾਈ ਬੰਦੀ ਸਿੰਘਾਂ ਦੀ ਰਿਹਾਈ ਹੋਏ। ਚਲੋ ਜੇ ਹਕੂਮਤ ਨੂੰ ਲੱਗਦਾ ਹੈ ਕਿ ਵੀ ਉਹਨਾਂ ਨੇ ਤਬਦੀਲੀ ਆ ਗਈ, ਪੰਜਾਬ ਦੇ ਵਿੱਚ ਵੀ ਸੀ ਕਿ ਫॉर ਚੇਂਜ, ਔਰ ਦਿੱਲੀ 'ਚ ਵੀ ਜੀ ਬੀਜੇਪੀ ਹੁਣ ਸਿੱਖ ਫਰੈਂਡਲੀ ਹੋ ਕੇ ਪੰਜਾਬ 'ਚ ਸਪੇਸ ਤਲਾਸ਼ ਕਰ ਰਹੀ ਹੈ, ਔਰ ਉਸ ਸਪੇਸ ਦੇ ਵਿੱਚ ਹੀ ਤਾਂ ਹੀ ਅਮਰਿੰਦਰ ਸਿੰਘ ਔਰ ਦੂਜੇ ਪੱਗਾਂ ਵਾਲੇ ਵਾੜੇ ਨੇ, ਔਰ ਐਜ਼ ਏ ਗੁੱਡਵਿਲ ਜੈਸਚਰ ਜਿਹੜਾ ਉਹ ਰਿਲੀਜ਼ ਹੋ ਸਕਦੀ ਹੈ। ਪਰ ਤੁਸੀਂ ਦੁਸ਼ਮਣ ਦਾ ਦੇਖੋ, ਇਹ ਬਿਲਕੁਲ ਜਦੋਂ ਅਸੀਂ ਅੱਜ ਹੀ ਇੰਗਲੈਂਡ ਇੱਕ ਬੀਬੀ ਜੀ ਨਾਲ ਗੱਲ ਹੋ ਰਹੀ ਸੀ ਕਿ ਭਾਈ ਇਹ ਤਾਂ ਜਿਨ੍ਹਾਂ ਦੇ ਉਹ ਕਹਿੰਦੇ ਵੀ ਸਾਮ ਦਾਮ ਦੰਡ ਭੇਦ, ਮੈਂ ਕਿਹਾ ਨਹੀਂ, ਇਹਨਾਂ ਦਾ ਉਹ ਤਾਂ ਚਲੋ ਹੈ ਹੀ, ਇਹ ਤਾਂ ਪੁੱਤਰ ਹੀ ਸਾਮ ਦਾਮ ਦੰਡ ਭੇਦਦੇ ਨੇ। ਇਹਨਾਂ ਦਾ ਨਾਂ ਹੀ ਲਾਲਾ ਝੂਠ ਪ੍ਰਸਾਦ ਹੈ। ਤੇ ਝੂਠ ਤਾਂ ਇੱਕ ਝੂਠ ਹੁੰਦਾ, ਇੱਕ ਪਲੱਥਾ ਹੁੰਦਾ। ਇਹ ਝੂਠੇ ਵੀ ਨੇ, ਪਲੱਥੇਬਾਜ਼ ਵੀ ਨੇ। ਔਰ ਪਲੱਥਾ ਇਹੀ ਹੁੰਦਾ ਹੈ ਕਿ ਤੁਸੀਂ ਡਾਇਰੈਕਸ਼ਨ ਦੇ ਰਹੇ ਹੋ ਕਿ ਤੁਸੀਂ ਪੂਰਬ ਵੱਲ ਜਾਣਾ ਹੈ ਤੇ ਐਕਚੁਅਲੀ ਤੁਸੀਂ ਪੱਛਮ ਵੱਲ, ਮਸ਼ਰਕ ਦੀ ਥਾਂ ਤੁਸੀਂ ਮਗਰਬ ਵੱਲ ਤੁਰ ਪੈਂਦੇ ਹੋ। ਕਿ ਵੀ ਇੱਕ ਪਾਸੇ ਸਿੱਖ ਐਕਸਪੈਕਟ ਕਰ ਰਹੇ ਨੇ, ਪਹਿਲਾਂ ਤਾਂ ਹੀਲਿੰਗ ਟੱਚ ਲਫ਼ਜ਼ ਇੱਕ ਬੜਾ ਸੀ 84 ਤੋਂ ਬਾਅਦ, ਉਹ ਇੰਦਰਾ ਕਾਂਗਰਸ ਦੇ ਜਿਹੜੇ ਕੁੱਤੇ ਸੀ ਬਿਠਾਏ ਹੋਏ ਪੱਗਾਂ ਵਾਲੇ ਵਿਚਾਲੇ,
ਉਹਨਾਂ ਦਾ ਸੀ ਕਿ ਜੀ ਸਿੱਖਾਂ ਨੂੰ ਸਿੱਖੋਂ ਕੋ ਅਬ ਇੱਕ ਹੀਲਿੰਗ ਟੱਚ ਕੀ ਜ਼ਰੂਰਤ। ਉਹ ਹੀਲਿੰਗ ਟੱਚ ਫਿਰ ਮੁੜ ਕੇ ਟਾਡਾ ਵੀ ਹੀਲਿੰਗ ਟੱਚ ਆਇਆ ਪੰਜਾਬ 'ਚ 90ਵਿਆਂ ਦੇ ਵਿੱਚ, ਜਦੋਂ ਇੱਕ ਜਨਰੇਸ਼ਨ ਮਾਰ ਦਿੱਤੀ ਉਹ ਵੀ ਹੀਲਿੰਗ ਟੱਚ ਆਇਆ। ਫਿਰ ਆ ਗਿਆ ਜੀ, ਹੁਣ ਬਦਲ ਗਿਆ, ਹੁਣ ਵਾਜਪਾਈ ਆ ਗਿਆ, ਹੁਣ ਨਾਨਾਵਤੀ ਕਮਿਸ਼ਨ ਫਲਾਣਾ। ਨਵੰਬਰ 84 ਦੀ ਸਿੱਖ ਨਸਲ ਕੁਸ਼ੀ ਹੋਏ, ਉਹੀ ਮਿਸ਼ਰਾ ਕਮਿਸ਼ਨ ਤੋਂ ਲੈ ਕੇ ਨਾਨਾਵਤੀ ਕਮਿਸ਼ਨ ਤੱਕ 12 ਕਮੇਟੀਆਂ ਕਮਿਸ਼ਨ, ਔਰ ਉਹੀ ਜਿਹੜੇ ਵਿਚਕਾਰਲੇ ਕਿਸਮ ਦੇ ਦਲਾਲ ਕਿਸਮ ਦੇ ਔਰ ਰੈਂਟਾ ਸਿੱਖ, ਉਹ ਇੱਕ ਅੱਧਾ ਹੋ ਗਿਆ। ਬਲੈਕ ਲਿਸਟ ਖਤਮ ਕਰ ਦਿੱਤੀ ਜੀ, ਇਹਦਾ ਕ੍ਰੈਡਿਟ ਲੈਣ ਲਈ ਵੀ ਜੀ ਬਾਹਰਲੇ ਸਿੱਖਾਂ ਦੀ ਬਲੈਕ ਲਿਸਟ। ਹਾਲ ਇਹ ਹੈ ਕਿ ਕੱਲੇ ਅੱਗੇ ਤਾਂ ਬਲੈਕ ਲਿਸਟ ਤੇ 300 ਕੇ 20 ਕੇ ਕਿੰਨੇ ਨਾਂ ਸੀ ਜਦੋਂ ਇਹਨਾਂ ਨੇ ਅਫੀਸ਼ੀਅਲ ਡਿਕਲੇਅਰ ਕੀਤੀ, ਇੰਨੇ ਨਾਂ ਕੱਲਾ ਇੱਕ ਕੌਂਸੂਲੇਟ ਇੱਕ ਸ਼ਹਿਰ ਦਾ ਲਿਖ ਕੇ ਬੈਠਾ ਹੋਇਆ। ਲੇਕਿਨ ਜਿਨ੍ਹਾਂ ਨੇ ਉਹਨਾਂ ਦੀਆਂ ਜੁੱਤੀਆਂ ਚੱਟਣੀਆਂ ਨੇ, ਉਹਨਾਂ ਨੂੰ ਕੋਈ ਤਾਂ ਬਹਾਨਾ ਚਾਹੀਦਾ ਰਾਜ ਦਰਬਾਰ ਦੇ ਵਿੱਚ ਜਿਹੜਾ ਉਹ ਆਪਣੀ ਥਾਂ ਬਣਾਉਣ ਦਾ। ਔਰ ਹੁਣ ਕਿਉਂਕਿ ਇਸ ਵੇਲੇ ਜਿਹੜੀ ਮੈਜੋਰੀਟੇਰੀਅਨ ਸਾਰੀ ਭੜਕਾਟ ਹੈ, ਜਿਹਨੂੰ ਪੂਰਾ ਤਿਆਰ ਕੀਤਾ ਹੋਇਆ ਮੈਂਟਲੀ ਹਿੰਦੂਤਵੀ ਕਰਾਊਡ ਨੂੰ, ਉਹ ਇਸ ਵੇਲੇ ਪੂਰੀ ਸਿੱਖ ਕੌਮ ਦੇ ਖਿਲਾਫ ਭੁਗਤਾਨ ਲਈ ਅੰਮ੍ਰਿਤਪਾਲ ਨੂੰ ਤਾਂ ਇੱਕ ਮੋਹਰਾ ਬਣਾਇਆ ਹੋਇਆ। ਤੇ ਇਹ ਜਿਹੜੇ ਇਸ ਕਿਸਮ ਦੇ ਰੈਂਟਾ ਸਿੱਖ ਔਰ ਦੋਗਲੇ ਔਰ ਵਿਕਾਂਦਰੂ ਮਾਰ ਔਰ ਦੂਸਰੇ ਨੇ, ਇਹ ਆਪਣੇ ਐਨਾਲਿਸਿਸ ਤੇ ਲੱਗੇ ਹੋਏ ਨੇ। ਉਹ ਬਿਠਾਏ ਹੁੰਦੇ ਨੇ ਟੀਵੀ ਚੈਨਲਾਂ ਦੇ ਉੱਤੇ ਜਾਂ ਦੂਜੇ, ਤੇ ਕੁਝ ਜਿਹੜੇ ਆਪਣੇ ਆਪ ਨੂੰ ਦੋਨੋਂ ਪਾਸੇ ਵੇਚਦੇ ਰਹੇ ਨੇ ਜੂਨ 84 ਤੋਂ ਬਾਅਦ ਵੀ, ਲੈਫਟਿਸਟ ਕਿਸਮ ਦੇ, ਜਿਨ੍ਹਾਂ ਦੇ ਵਿੱਚ ਉਹ ਪੱਤਰਕਾਰ ਜਗਤਾਰ ਸਿੰਘ ਹੈ, ਦਲਬੀਰ ਸਿੰਘ ਜਿਹਦੀ ਹੁਣ ਡੈਥ ਹੋ ਗਈ, ਹੋਰ ਇਸ ਕੈਟਾਗਰੀ ਦੇ ਨੇ ਜਿਨ੍ਹਾਂ ਦੀ ਕ੍ਰੈਡੀਬਿਲਿਟੀ ਹੈ ਕਿ ਜੀ ਕਿਸੇ ਨੇ UNI ਲਈ ਕੰਮ ਕੀਤਾ ਹੈ, ਕਿਸੇ ਨੇ ਟ੍ਰਿਬਿਊਨ ਲਈ ਕੀਤਾ ਹੈ। ਪਰ ਉਹ ਵਿਚਾਲੇ ਬਹਿ ਕੇ ਅੱਧੀਆਂ ਕੁ ਗੱਲਾਂ ਜਦੋਂ ਆਪਣੇ ਹੱਕ ਵਾਲੀਆਂ ਹੁੰਦੀਆਂ ਨੇ, ਹੱਕ ਦਾ ਮਤਲਬ ਹੈ ਕਿ ਉਹ ਫੇਰ ਕਹਿੰਦੇ ਨੇ ਜੀ ਨਹੀਂ ਇਹ ਸੈਂਟਰਲ ਏਜੰਸੀਆਂ ਦਾ, ਉਦੋਂ ਲੱਗਣ ਲੱਗ ਜਾਂਦਾ ਦੇਖੋ ਜੀ ਪੱਗਾਂ ਸੋਹਣੀਆਂ ਬੰਨੀਆਂ ਹੋਈਆਂ ਉਹਨਾਂ ਨੇ। ਲੇਕਿਨ ਹੁਣ BBC ਦੀ ਇੱਕ ਸਟੋਰੀ ਜਿਹੜੀ ਪਿਛਲੇ ਦਿਨਾਂ 'ਚ ਉਹਨੇ ਕੀਤੀ, ਅੰਮ੍ਰਿਤਪਾਲ ਨੇ ਕੀ ਗਲਤੀਆਂ ਕੀਤੀਆਂ ਜੋ ਉਸ ਉੱਤੇ ਹੁਣ ਭਾਰੂ ਪੈ ਗਈਆਂ, ਕਿ ਵੀ ਉਹ ਇਹ ਡਿਸਕਸ਼ਨ ਕਰਨ ਤੇ ਲੱਗੇ ਹੋਏ ਨੇ ਕਿ ਵੀ ਵਟ ਮਿਸਟੇਕਸ ਡਿਡ ਹੀ ਮੇਕ। ਔਰ ਉਹਦੇ ਤੇ ਉਹ ਜਿਹੜੇ ਜਗਤਾਰ ਸਿੰਘ ਸੀਨੀਅਰ ਪੱਤਰਕਾਰ ਉਹ ਕਹਿ ਰਹੇ ਨੇ ਕਿ ਜੀ ਉਹ ਮਹਿੰਗੀਆਂ ਗੱਡੀਆਂ ਦਾ, ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਕਿ ਉਸ ਨੂੰ ਸਿਖਲਾਈ ਦੇ ਕੇ ਪੰਜਾਬ ਭੇਜਿਆ ਗਿਆ ਸੀ, ਉਹ ਕਾਲਾ ਵਗ ਗਿਆ। ਮਤਲਬ ਇਹ ਕੈਟਾਗਰੀ ਇਹ ਪ੍ਰੂਵ ਕਰਨ ਤੇ ਲੱਗੀ ਹੋਈ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਟ੍ਰੇਨਡ ਕਰਕੇ, ਹੁਣ ਫਰਕ ਇੰਨਾ ਹੀ ਹੈ ਇਹ BJP ਦੀ ਟ੍ਰੇਨਿੰਗ ਦੇ ਖਾਤੇ 'ਚ ਪਾਉਣ ਵਾਲੇ ਹੋਣਗੇ, ਤੇ ਜਿਹੜੇ ਦੂਸਰੇ ਨੇ ਭਗਵੰਤ ਮਾਨ ਜਾਂ ਜਿਹੜਾ ਸਰਕਾਰੀ ਲਾਣਾ ਹੈ ਸਾਰਾ ਆਮ ਆਦਮੀ ਦਾ ਜਾਂ BJP ਦਾ, ਉਹ ਉਸ ਨੂੰ ISI ਦੇ ਖਾਤੇ 'ਚ ਪਾਉਣ ਲੱਗੇ ਹੋਏ ਨੇ। ਸੋ ਇੰਨਾ ਫਰਕ ਹੈ। ਫਿਰ ਉਹ ਕਹਿ ਰਿਹਾ ਕਿ ਜੀ ਅੰਮ੍ਰਿਤਪਾਲ ਨੂੰ ਜਿਨ੍ਹਾਂ ਲੋਕਾਂ ਨੇ ਟ੍ਰੇਨਿੰਗ ਦੇ ਕੇ ਪੰਜਾਬ ਭੇਜਿਆ ਸੀ ਉਹਨਾਂ ਤੋਂ ਇੱਕ ਗਲਤੀ ਹੋ ਗਈ। ਅੰਮ੍ਰਿਤਪਾਲ ਥੋੜਾ ਤੇਜ਼ੀ ਨਾਲ ਚੱਲਦਾ, ਜੇਕਰ ਉਹ ਆਰਾਮ ਨਾਲ ਚੱਲਦਾ ਤਾਂ ਹਥਿਆਰਾਂ ਦਾ ਦਿਖਾਵਾ ਕਰਨ ਦੀ ਲੋੜ। ਹੁਣ ਇਹ ਇਸ ਗੱਲ ਨੂੰ ਕਿਉਂਕਿ ਇਹ ਜਿਸ ਕਦਰ ਅੰਮ੍ਰਿਤਪਾਲ ਸਿੰਘ ਨੇ ਸਿੱਖ ਨੌਜਵਾਨੀ ਦਾ ਪਿਆਰ ਲਿਆ, ਉਹ ਖਾਲਸਾ ਵਹੀਰ ਦੇ ਪਹਿਲਾ ਜਿਹੜਾ ਸੀ ਉਸ ਤੋਂ ਹੀ ਅੰਦਾਜ਼ਾ ਹੋ ਗਿਆ ਸੀ ਜਦੋਂ ਉਹਨੇ ਮਾਝੇ ਦੇ ਵਿੱਚ, ਔਰ ਹੁਣ ਤਾਂ ਉਹ ਮਾਲਵੇ 'ਚ ਮੁਕਤਸਰ ਸਾਹਿਬ ਤੋਂ ਦੁਆਬਾ ਜਿਹੜਾ ਦਮਦਮਾ ਸਾਹਿਬ ਜਾ ਰਿਹਾ। ਹੁਣ ਇਹ ਕਿਉਂਕਿ ਗਲਤ ਸਾਬਤ ਹੋਏ ਪਹਿਲੀ ਸਟੇਜ ਤੋਂ ਹੀ, ਔਰ ਇਹ ਕਿਸੇ ਨਾ ਕਿਸੇ ਨੂੰ ਖੁਸ਼ ਕਰਨ ਤੇ ਲੱਗੇ ਹੁੰਦੇ ਨੇ ਬਾਈ ਕਨਵਿਕਸ਼ਨ। ਇਹ ਖਾਲਿਸਤਾਨ ਦੇ ਤਾਂ ਕੀ ਹਮਾਇਤੀ ਨਹੀਂ ਨੇ, ਇਹ ਤਾਂ ਈਵਨ ਜਿਹੜੀ ਸਾਡੀ ਸਿੱਖੀ ਪਰੰਪਰਾ ਹੈ ਉਸ ਨੂੰ ਵੀ ਕੋਈ ਇਹ ਮਾਨਤਾ ਨਹੀਂ ਦਿੰਦੇ। ਇਹ ਤਾਂ ਮਾਰਕਸ ਚੋਂ ਜਿਹੜਾ ਉਹ ਆਪਣਾ ਸੋਲੂਸ਼ਨ ਲੱਭਦੇ ਨੇ, ਹਾਲਾਂ ਹੈ ਕਿਸੇ ਦੇ ਵੀ ਨਹੀਂ ਹੈ, ਮਾਰਕਸ ਦੇ ਵੀ ਸਕੇ ਨਹੀਂ ਹੈ। ਇਹ ਸਟਾਈਲ ਇਹਨਾਂ ਦਾ ਕੈਪੀਟਲਿਸਟ ਹੈ ਰਹਿਣ ਦਾ, ਬਹੁਤਿਆਂ ਦਾ। ਆਈ ਐਮ ਨਾਟ ਟਾਕਿੰਗ ਅਬਾਊਟ ਵਨ। ਉਹ ਪੁੱਤਰ ਧੀਆਂ, ਉਹ ਇੱਕ ਵਾਰੀ ਕਿਹਾ ਸੀ ਉਹਨੇ, ਅਮਰੀਕਾ ਦੇ ਐਂਬੈਸਡਰ ਨੇ, ਉਹਨੇ ਕਿਹਾ ਸੀ ਜੀ ਕਿ ਉਹ ਪਾਰਲੀਮੈਂਟ 'ਚ ਖਲੋ ਕੇ ਜਿਹੜੇ ਲੈਫਟਿਸਟ ਨੇ ਕਮਿਊਨਿਸਟ ਬੜੇ ਧੂਆਂਦਾਰ ਤਕਰੀਰਾਂ ਕਰਦੇ ਨੇ ਅਮਰੀਕਾ ਦੇ ਖਿਲਾਫ, ਫਿਰ ਕਹਿੰਦੇ ਅਗਲੇ ਦਿਨ ਸਾਨੂੰ ਕਾਲ ਆਈ ਹੁੰਦੀ ਹੈ ਵੀ ਸਾਡੇ ਬੱਚੇ ਦਾ ਯੂਨੀਵਰਸਿਟੀ ਦੇ ਵਿੱਚ ਜੇ ਐਡਮਿਸ਼ਨ ਹੋਣਾ ਹੈ ਤਾਂ ਕੋਈ ਸਕਾਲਰਸ਼ਿਪ ਦਾ ਪ੍ਰਬੰਧ ਕਰਵਾ ਦਿਓ। ਤੇ ਹੁਣ ਸਾਹਮਣੇ ਹੈ ਇਹਨਾਂ ਦੇ ਸਾਰੇ ਜਿਹੜੇ ਡਾਕੂਮੈਂਟ ਲੀਕ ਹੋਏ ਇਹਨਾਂ ਦੇ ਸੋਵੀਅਤਿਕ ਏਜੰਟ ਦੇ, ਮਾਈਕਲ ਕੀ ਉਹਦਾ ਨਾਂ ਸੀਗਾ, ਮਿਟਰੋਕਫ ਡਾਇਰੀਜ਼, ਉਸ 'ਚ ਜ਼ਾਹਰ ਹੈ ਕਿ ਕਿਸ ਲੈਵਲ ਦੇ ਉੱਤੇ KGB ਦੀ ਪੇ ਰੂਲ ਤੇ ਸਾਰਾ ਹੀ ਪੰਜਾਬ ਦਾ ਲਾਣਾ, ਖਾਸ ਤੌਰ ਤੇ ਉਹਨਾਂ ਨੇ ਇਹਨਾਂ ਨੂੰ ਪੱਗਾਂ ਵਾਲਿਆਂ ਨੂੰ ਕਿਹਾ ਸੀ ਵੀ ਪੱਗਾਂ ਨਾ ਲਾਇਓ ਤੁਸੀਂ, ਅਦਰਵਾਈਜ਼ ਸਿੱਖਾਂ 'ਚ ਤੁਹਾਡਾ ਸੌਦਾ ਨਹੀਂ ਵਿਕਣਾ। ਸੋ ਹਰਕਿਸ਼ਨ ਸੁਰਜੀਤ ਤੋਂ ਲੈ ਕੇ ਥਲੜੇ ਤੱਕ ਜਿਹੜਾ ਕਾਮਰੇਡੀ ਲਾਣਾ ਉਹ ਸਾਰਾ ਇਹੀ ਕੁਝ ਕਰਦਾ ਰਿਹਾ। ਹੁਣ ਇਹ ਇਸ ਪਾਸੇ ਲੱਗੇ ਹੋਏ ਨੇ। ਲੇਕਿਨ ਮੈਂ ਇਹ ਸਮਝਦਾ ਹੈ ਕਿ ਇਹ ਇੱਕ ਪਾਸੇ ਤਾਂ ਐਕਸਪੋਜ਼ ਵੀ ਹੋ ਰਹੇ ਨੇ ਕਿਹੜੀ ਕੈਟਾਗਰੀ ਹੈ, ਪਰ ਉਹ ਵੀ ਨੇ ਜਿਨ੍ਹਾਂ ਦੀ ਕਲਮ ਚੋਂ ਪਿਆਰ ਫੁੱਟ ਰਿਹਾ। ਔਰ ਮੇਰੇ ਸਾਹਮਣੇ 2 ਲਿਖਤਾਂ
ਆਈਆਂ। ਮੈਂ ਉਹਨਾਂ ਦਾ ਕੁਝ ਹਿੱਸਾ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਇੱਕ ਵੀਰ ਹਰਪਾਲ ਸਿੰਘ ਉਹਨਾਂ ਨੇ ਇਸ ਦੇ ਉੱਤੇ ਲਿਖਿਆ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਲੋਕ ਕ੍ਰਿਟਿਸਾਈਜ਼ ਕਰ ਰਹੇ ਨੇ ਉਹ ਇਹ ਸੁਣ ਲੈਣ ਕਿ ਹਾਂ ਠੀਕ ਹੈ ਕਿ ਸਾਡੇ ਮੁੰਡਿਆਂ ਨੇ ਖੁਦ ਹੀ ਇਹ ਲੜਾਈ ਵਾਲਾ ਰਾਹ ਚੁਣਿਆ, ਬੇਸ਼ੱਕ ਚੁਣਿਆ। ਇਸ ਚੋਣ ਤੇ ਮੈਨੂੰ ਕੋਈ ਸ਼ੰਕਾ ਨਹੀਂ, ਨਾ ਇਹ ਚੋਣ ਗਲਤ ਜਾਪਦੀ ਹੈ, ਕਿਉਂਕਿ ਲੜਾਈ ਉਸ ਸਿਸਟਮ ਦੇ ਨਾਲ ਹੈ ਜਿਸ ਨੂੰ ਸ਼ਾਂਤੀ ਨਾਲ ਬੋਲਿਆ ਗਿਆ, ਸੁਣਾਇਆ ਗਿਆ ਕੁਝ ਨਹੀਂ ਸੁਣਦਾ। ਉਸ ਦੇ ਕੰਨਾਂ ਤੱਕ ਗੱਲ ਅਪਣਾਉਣ ਦੇ ਲਈ ਖੜਾਕ ਕਰਨਾ ਹੀ ਪੈਂਦਾ ਹੈ। ਪਰ ਇੱਥੇ ਵੀ ਹੁਣ ਦੁਨੀਆ ਦੋ ਤਰੀਕੇ ਨਾਲ ਸਲੂਕ ਕਰਦੀ ਹੈ। ਅੱਜ ਜਦੋਂ ਸਰਕਾਰ ਅਤੇ ਇਹਨਾਂ ਦੀ ਪੁਲਿਸ ਕਾਨੂੰਨ ਜਿਸ ਤਰ੍ਹਾਂ ਨਾਲ ਸਾਰੇ ਨਿਯਮ ਅਤੇ ਮਰਿਆਦਾਵਾਂ ਛਿੱਕੇ ਟੰਗ ਕੇ ਸਾਡੇ ਮੁੰਡਿਆਂ ਦੇ ਖਿਲਾਫ ਭੁਗਤ ਰਹੇ ਨੇ ਤੇ ਦੁਨੀਆ ਖੜੀ ਹੋ ਕੇ ਤਮਾਸ਼ਾ ਦੇਖ ਰਹੀ ਹੈ, ਖੁਸ਼ ਹੋ ਰਹੀ ਹੈ, ਤੇ ਜਿਸ ਦਿਨ ਵਾਰੀ ਆਪਣੇ ਮੁੰਡਿਆਂ ਦੀ ਆਈ ਇਹਨਾਂ ਨੇ ਇਦਾਂ ਦੇ ਤੌਰ ਤਰੀਕਿਆਂ ਨਾਲ ਕੁਝ ਕੀਤਾ ਤੇ ਸਭ ਤੋਂ ਪਹਿਲਾਂ ਇਹਨਾਂ ਆਮ ਲੋਕਾਂ ਦੀਆਂ ਜ਼ਬਾਨਾਂ ਦੇ ਤਾਲੇ ਖੁੱਲਣਗੇ। ਇਹ ਤਮਾਸ਼ਬੀਨ ਲੋਕ ਮੁੰਡਿਆਂ ਨੂੰ ਸਿਖਾਉਣ ਲਈ ਅੱਗੇ ਆਉਣਗੇ, ਇਦਾਂ ਨਾ ਲੜੋ, ਉਦਾਂ ਨਾ ਲੜੋ, ਇਹ ਗਲਤ ਉਹ ਸਹੀ। ਬਿਲਕੁਲ ਕਿ ਅੱਜ ਜਿਨ੍ਹਾਂ ਦੀਆਂ ਜ਼ਬਾਨਾਂ ਨੂੰ ਤਾਲੇ ਲੱਗੇ ਨੇ, ਜਦੋਂ ਹੁਣ ਇਹ ਇਵੇਂ ਨਹੀਂ ਹੈ, 84 ਤੋਂ ਬਦਤਰ ਹੋਰ ਕੀ ਦੌਰ ਹੋਏਗਾ ਜੇ ਉਦੋਂ ਖਾਲਸਾ ਉੱਠਿਆ ਔਰ ਹਰ ਕਰਨ ਵਾਲੇ ਨੂੰ ਸਜ਼ਾ ਯਾਫਤਾ ਕੀਤਾ। ਇਹ ਠੀਕ ਹੈ, ਦੇਖ ਰਹੇ ਹਾਂ ਅਸੀਂ 6 ਦਿਨਾਂ 'ਚ ਇਹਨਾਂ ਨੇ ਆਪਣਾ ਵਾਹ ਲਾ ਲਿਆ, ਅਜੇ ਸਾਡੀ ਵਾਰੀ ਤਾਂ ਆਉਣੀ ਹੈ। ਹੁਣ ਇਹ ਜਿਨ੍ਹਾਂ ਦੇ ਜ਼ਬਾਨਾਂ ਨੂੰ ਤਾਲੇ ਲੱਗੇ ਹੋਏ ਨੇ, ਜਦੋਂ ਸਿੰਘਾਂ ਨੇ ਫਿਰ ਜਵਾਬੀ ਕਾਰਵਾਈਆਂ ਕੀਤੀਆਂ, ਫਿਰ ਇਹ ਉਛਲਣਗੇ ਕਿ ਜੀ ਇਹ ਮਰਿਆਦਾ ਨਹੀਂ ਤੇ ਫਲਾਣਾ ਨਹੀਂ ਤੇ ਬੇਗੁਨਾਹ, ਤੇ ਉਹ ਫਿਰ ਸਿੱਖੀ ਦੇ ਜਿਹੜੀ ਗੁਰਬਾਣੀ ਕਿਸੇ ਨੇ ਨਹੀਂ ਪੜ੍ਹੀ ਹੁੰਦੀ ਉਹ ਵੀ ਤੁਕ ਕੱਢ ਕੇ ਲਿਆਣਗੇ ਕਿ ਬਈ ਉਹਨਾਂ ਨੇ ਕਿਹਾ ਵੀ ਠੀਕ ਹੈ ਅੱਜ ਇਹਨਾਂ ਦਾ ਸਮਾਂ, ਸਰਕਾਰ ਦਾ ਸਮਾਂ, ਪੁਲਿਸ ਦਾ ਹੱਥ ਉੱਪਰ ਹੈ, ਮੰਨਦੇ ਹੈ, ਸਹਿਮਤ ਹੈ ਕਿ ਇਹਨਾਂ ਨੇ ਆਪਣੀ ਤਾਕਤ ਦਿਖਾਈ, ਪਰ ਇਹ ਅੰਤ ਨਹੀਂ ਹੋ ਗਿਆ। ਸਭ ਕੁਝ ਨੂੰ ਜਿੱਥੇ ਇੱਥੇ ਫੁੱਲ ਸਟਾਪ ਨਹੀਂ ਲੱਗ ਗਿਆ। ਇੰਦਰਾ ਗਾਂਧੀ ਨੇ ਇਸ ਤੋਂ ਕਿਤੇ ਵੱਧ ਕੀਤਾ ਸੀ, ਬੇਅੰਤੇ ਨੇ ਇਸ ਤੋਂ ਕਿਤੇ ਜ਼ਿਆਦਾ ਧੱਕੇ ਕੀਤੇ ਸੀ, ਪੁਲਿਸ ਨੇ ਸਾਡੇ ਬਹੁਤ ਸਾਰੇ ਮੁੰਡਿਆਂ ਨੂੰ ਕੋਹ ਕੇ ਮਾਰਿਆ ਸੀ। ਉਦੋਂ ਵੀ ਲੋਕ ਇਦਾਂ ਹੀ ਤਮਾਸ਼ਬੀਨ ਬਣੇ ਹੋਏ ਸੀ, ਹੱਸਦੇ ਸੀ। ਸਾਡੇ ਸਿਰਾਂ ਤੇ ਪੱਗਾਂ ਉਦੋਂ ਵੀ ਮਜ਼ਾਕ ਦਾ ਪਾਤਰ ਬਣੀਆਂ ਸੀ। ਪਰ ਦੁਨੀਆ ਜਾਣਦੀ ਹੈ ਕਿ ਇਸ ਸਭ ਤੋਂ ਬਾਅਦ ਕੀ ਹੋਇਆ ਲਿਖਣ ਦੀ ਲੋੜ ਨਹੀਂ। ਔਰ ਫਿਰ ਉਹਨਾਂ ਨੇ ਕਨਕਲੂਡ ਕੀਤਾ ਕਿ ਭਾਈ, ਪਰ ਹਾਂ ਮੈਂ ਉਹਨਾਂ ਨਾਲ ਗੁੱਸੇ ਨਹੀਂ ਜਿਹੜੇ ਸਾਡੇ ਖਿਲਾਫ ਖੁੱਲ ਕੇ ਭੁਗਤੇ, ਕਿਉਂਕਿ ਉਹਨਾਂ ਦਾ ਇਦਾਂ ਹੋਣਾ ਜਾਇਜ਼ ਹੀ ਹੈ। ਮਸੀਹ ਤਾਂ ਮੌਕਾ ਆਇਆ ਉਹਨਾਂ ਕੋਲ, ਇਸ ਸਮੇਂ ਵੀ ਉਹ ਖੁੱਲ ਕੇ ਖਿਲਾਫ ਨਾ ਹੋਏ ਤਾਂ ਉਹਨਾਂ ਦੀ ਪਾਲੀ ਨਫ਼ਰਤ ਦਾ ਕੀ ਫਾਇਦਾ ਹੋਇਆ। ਨਾਰਾਜ਼ਗੀ ਤਾਂ ਉਹਨਾਂ ਦੇ ਨਾਲ ਹੈ ਜਿਹੜੇ ਕਹਿਣ ਨੂੰ ਤਾਂ ਸਾਡੇ ਆਪਣੇ ਨੇ, ਉਹਨਾਂ ਕੋਲ ਲਿਖਣ ਦੀ ਜਾਂਚ ਵੀ ਹੈ, ਬੋਲਣ ਦਾ ਹੁਨਰ ਵੀ ਹੈ, ਪਰ ਨਾ ਤਾਂ ਉਹਨਾਂ ਨੇ ਆਪਣੀਆਂ ਫੇਸਬੁੱਕ ਕੰਧਾਂ ਤੇ ਕੁਝ ਲਿਖਿਆ ਤੇ ਨਾ ਹੀ ਕੁਝ ਬੋਲਿਆ। ਬੇਸ਼ੱਕ ਤੁਸੀਂ ਕਿੰਨੇ ਵੀ ਵੱਡੇ ਲਿਖਾਰੀ ਰਹੋ, ਪਰ ਸਰਕਾਰੀ ਤਾਨਾਸ਼ਾਹੀ ਖਿਲਾਫ ਲਿਖਣ ਨੂੰ ਤੁਹਾਡੇ ਹੱਥ ਕੰਬਦੇ ਨੇ ਜਾਂ ਬੋਲਣ ਵਾਲੀ ਜ਼ਬਾਨ ਕੰਬਦੀ ਹੈ ਤਾਂ ਸਿੱਧਾ ਸਾਫ਼ ਮਤਲਬ ਹੈ ਕਿ ਜਾਂ ਤਾਂ ਤੁਸੀਂ ਸਰਕਾਰ ਦੇ ਐਕਸ਼ਨ ਦੇ ਹਮਾਇਤੀ ਹੋ ਤੇ ਜਾਂ ਫਿਰ ਕਾਇਰ ਹੋ। ਔਰ ਚਲੋ ਕੋਈ ਨਹੀਂ, ਦੇਖਦੇ ਹਾਂ ਸਮਾਂ ਇਸ ਕਹਾਣੀ ਨੂੰ ਕਿੱਧਰ ਤੋਰਦਾ ਹੈ। ਔਰ ਮੈਂ ਕਨਕਲੂਜਨ ਚ ਭੈਣ ਜੀ ਗੁਰਮੀਤ ਕੌਰ ਦੀ ਇੱਕ ਲਿਖਤ ਸਾਡੇ ਤੱਕ ਪਹੁੰਚੀ। ਉਹਨਾਂ ਨੇ ਇਹ ਕਿਹਾ ਕਿ ਅਸੀਂ ਹੁਣ ਤੱਕ 2 ਤੱਥਾਂ ਨੂੰ ਜਾਣਦੇ ਹਾਂ। ਭਾਈ ਅੰਮ੍ਰਿਤਪਾਲ ਸਿੰਘ ਰਾਜ ਦੀਆਂ ਅੱਖਾਂ 'ਚ ਰੜਕਦਾ ਹੈ ਕਿਉਂਕਿ ਉਸ ਨੇ ਪੰਜਾਬ ਅਤੇ ਸਿੱਖਾਂ ਨੂੰ ਤਬਾਹ ਕਰ ਰਹੇ ਨਸ਼ਿਆਂ ਖਿਲਾਫ ਜੰਗ ਦਾ ਐਲਾਨ ਕੀਤਾ ਹੈ। ਉਹ ਇਸ ਜੰਗ ਨੂੰ ਲੜਨ ਅਤੇ ਸਾਡੀ ਹੋਂਦ ਨੂੰ ਬਚਾਉਣ ਲਈ ਹਥਿਆਰ ਵਜੋਂ ਸਿੱਖ ਜੀਵਨ ਜਾਚ ਅਤੇ ਖਾਲਸਾਈ ਪਛਾਣ ਵੱਲ ਮੁੜਨ ਦਾ ਸੱਦਾ ਦਿੰਦਾ ਹੈ। ਨੰਬਰ 2, ਖਾਲਿਸਤਾਨ ਦੇ ਮੁੱਦੇ ਨੂੰ ਰਾਜ ਅਤੇ ਇਹਦੇ ਝੋਲੀ ਚੁੱਕਾ ਨੇ ਹਮੇਸ਼ਾ ਪੰਜਾਬ ਲਈ ਕਿਸੇ ਵੀ ਉਸਾਰੂ ਕੰਮ ਕਰਨ ਵਾਲੇ ਨੂੰ ਖਤਮ ਕਰਨ ਲਈ ਵਰਤਿਆ ਤੇ ਵਰਤੇਗਾ, ਖਾਸ ਤੌਰ ਤੇ ਸੱਤਾ ਤੇ ਚੋਣਾਂ ਵਿੱਚ ਲਾਭ ਪ੍ਰਾਪਤ ਕਰਨ ਲਈ। ਔਰ ਉਹਨਾਂ ਨੇ ਜਿਹੜਾ ਸੋਲੂਸ਼ਨ ਵੀ ਦਿੱਤਾ ਹੈ, ਕਿਉਂਕਿ ਬਹੁਤ ਵਾਰੀ ਸਾਡੇ ਕੁਝ ਵੀਰ ਕਹਿਣਗੇ ਜੀ ਪ੍ਰੋਬਲਮਸ ਡਿਸਕਸ ਹੁੰਦੀਆਂ, ਸੋਲੂਸ਼ਨ ਨਹੀਂ। ਉਹਨਾਂ ਨੇ ਕਿਹਾ ਵੀ ਫਿਰ ਅਸੀਂ ਕੀ ਕਰੀਏ। ਨਸ਼ਿਆਂ ਵਿਰੁੱਧ ਭਾਈ ਅੰਮ੍ਰਿਤਪਾਲ ਸਿੰਘ ਦੀ ਵਿੱਢੀ ਜੰਗ ਨੂੰ ਜਾਰੀ ਰੱਖੋ। ਹਰੇਕ ਜਾਣਾ, ਹਰ ਪਰਿਵਾਰ, ਹਰ ਆਂਢ ਗੁਆਂਢ ਤੇ ਪਿੰਡ ਇੱਕ ਦੂਜੇ ਨਾਲ ਖੜਾ ਹੋਵੇ ਤੇ ਇਸ ਜੰਗ ਨੂੰ ਲੜਨ ਦਾ ਨਿਸ਼ਚਾ ਧਾਰੋ। ਸਿੱਖੀ ਸਾਨੂੰ ਇਹਨਾਂ ਵਿਕਾਰਾਂ ਤੋਂ ਕਿਵੇਂ ਮੁਕਤ ਹੋਣਾ ਹੈ ਇਹ ਕੁਦਰਤੀ ਹੀ ਸਿਖਾਉਂਦੀ ਹੈ। ਆਖਿਰਕਾਰ ਸਾਡੇ ਤੇ ਵਿਪਤਾ
ਰਾਜ ਦੀ ਹੀ ਲਿਆਂਦੀ ਗਈ ਹੈ ਫਰਮ ਦਾ ਸਟੇਟ। ਬਿਲਕੁਲ। ਜੇ ਅਸੀਂ ਇਸ ਗੱਲ ਨੂੰ ਜਾਣਦੇ ਸਮਝਦੇ ਹਾਂ ਤਾਂ ਸਾਨੂੰ ਗੁਰੂ ਦੇ ਸਾਜੇ ਯੋਧੇ ਬਣਨ ਅਤੇ ਇਸ ਬੁਰਾਈ ਨਾਲ ਲੜਨ ਤੋਂ ਕੀ ਰੋਕ ਹੈ। ਜੇਕਰ ਅਸੀਂ ਇਹ ਜੰਗ ਜਿੱਤਦੇ ਹਾਂ, ਪਾਣੀ, ਵਸੀਲਿਆਂ, ਭਾਸ਼ਾ, ਸਿੱਖ ਪਛਾਣ ਅਤੇ ਖੁਦ ਮੁਖਤਾਰੀ ਤੇ ਹਮਲੇ, ਇਹ ਸਾਰੇ ਮਸਲੇ ਤਾਂ ਹੀ ਹੱਲ ਹੋ ਸਕਦੇ ਹਨ। ਜੇ ਅਸੀਂ ਇਹ ਸਮਾਂ ਗਵਾ ਲਿਆ ਤਾਂ ਸਾਨੂੰ ਹੋਰ ਮੌਕਾ ਨਹੀਂ ਮਿਲੇਗਾ। ਅੱਛਾ। ਤੇ ਨੰਬਰ 2 ਤੇ ਉਹਨਾਂ ਨੇ ਕਿਹਾ ਹੈ, ਖਾਲਿਸਤਾਨ ਦੇ ਨਾਂ ਤੇ ਹੋ ਰਹੀਆਂ ਹੇਰਾ ਫੇਰੀਆਂ ਬਾਰੇ ਸੁਚੇਤ ਰਹੋ। ਤੁਸੀਂ ਨਹੀਂ ਜਾਣਦੇ ਕਿ ਕੌਣ ਤੁਹਾਡੀ ਵਰਤੋਂ ਜਾਂ ਦੁਰਵਰਤੋਂ ਕਰੇਗਾ। ਸਿੱਖੀ ਅਤੇ ਪੰਜਾਬ ਤੇ ਜੰਗ ਕੋਈ ਨਵੀਂ ਹੋਣੀ ਨਹੀਂ ਹੈ, ਕੱਲੀ ਇਸ ਸਰਕਾਰ ਦੀ ਨਹੀਂ ਹੈ। ਇਹ ਲੰਮੇ ਸਮੇਂ ਤੱਕ ਚੱਲੇਗੀ, ਭਾਵੇਂ ਇਸ ਖਿੱਤੇ ਤੇ ਕੋਈ ਵੀ ਰਾਜ ਕਰਦਾ ਹੈ। ਅੱਛਾ। ਜਿੱਤਣ ਦਾ ਰਾਹ ਹੈ ਆਪਣੇ ਆਪ ਨੂੰ ਚੇਤੰਨ ਕਰਨਾ, ਦੁਸ਼ਮਣ ਦੀਆਂ ਚਾਲਾਂ ਨੂੰ ਸਮਝਣਾ, ਆਪਣੇ ਮੂਲ ਨੂੰ ਮਜ਼ਬੂਤ ਕਰਨਾ ਬਿਲਕੁਲ। ਅਤੇ ਲੰਮੇ ਸਮੇਂ ਲਈ ਜੰਗ 'ਚ ਸ਼ਾਮਲ ਹੋਣ ਦੀ ਰਣਨੀਤੀ ਘੜਨੀ। ਸਾਡਾ ਅਕਲ ਨਾਲ ਜੂਝਣਾ ਹੀ ਸਾਡੀ ਜਿੱਤ ਹੈ। ਮਨ ਜੀਤੇ ਜਗ ਜੀਤ। ਆਪਣੇ ਆਪ ਨਾਲ ਕੌਨਫੀਡੈਂਟ ਹੋ ਕੇ ਮੁੱਕਦੀ ਗੱਲ, ਸਾਨੂੰ ਉਹਨਾਂ ਆਪਣਿਆਂ ਲਈ ਖੜੇ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਪੰਥ ਤੇ ਦੇਸ਼ ਪੰਜਾਬ ਤੋਂ ਵਾਰਿਆ। ਬਿਲਕੁਲ। ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਰੇ ਹੋ ਕੇ ਉਹਨਾਂ ਨੂੰ ਬਾਰ-ਬਾਰ ਬਲੀ ਦੇ ਬੱਕਰੇ ਨਹੀਂ ਬਣਨ ਦੇ ਸਕਦੇ। ਜੇਕਰ ਅਸੀਂ ਉਹਨਾਂ ਲਈ ਖੜੇ ਨਹੀਂ ਹੁੰਦੇ ਤਾਂ ਸਾਡੀ ਅਗਵਾਈ ਕਰਨ ਲਈ ਕੋਈ ਵੀ ਹੋਰ ਅੱਗੇ ਨਹੀਂ ਆਏਗਾ। ਔਰ ਇਹ ਬਿਲਕੁਲ ਕਿ ਇਸ ਵੇਲੇ ਖੜੇ ਹੋਣ ਦੀ ਲੋੜ ਹੈ। ਔਰ ਜਿਵੇਂ ਤੁਸੀਂ ਕਿਹਾ ਸੀ ਕਿ ਹਿੰਦੂ ਤਵੀਆਂ ਲਈ ਨੱਥੂ ਰਾਮ ਗੋਡਸੇ ਹੋਏ, ਉਹ ਤਾਂ 30 ਜਨਵਰੀ ਜਿੱਦਣ ਜਿਹਨੂੰ ਪਿਓ ਬਣਾਇਆ ਹੋਇਆ ਨੇਸ਼ਨ ਦਾ, ਉਹਦੇ ਹਾਰ ਪਾ ਰਿਹਾ ਹੁੰਦਾ ਮੋਦੀ ਦਿੱਲੀ 'ਚ, ਤੇ ਉਹਨਾਂ ਦੇ ਹਿੰਦੂ ਤਵੀ ਲਖਨਊ ਤੋਂ ਲੈ ਕੇ ਨਾਗਪੁਰ ਤੱਕ ਸ਼ੂਟ ਕਰ ਰਹੇ ਹੁੰਦੇ ਨੇ ਗਾਂਧੀ ਦੇ ਸਟੈਚੂ ਨੂੰ, ਔਰ ਨੱਥੂ ਰਾਮ ਗੋਡਸੇ ਦੇ ਗਲ 'ਚ ਹਾਰ ਪਾ ਰਹੇ ਹੁੰਦੇ ਨੇ। ਕਰਨਲ ਪ੍ਰੋਤ ਔਰ ਸਾਧਵੀ ਪ੍ਰਗਿਆ, ਕਿਵੇਂ ਉਹਨਾਂ ਨੂੰ ਇਹੀ ਨਹੀਂ ਕਿ ਵੀ ਸਾਧਵੀ ਪ੍ਰਗਿਆ ਅੱਜ MP ਹੈ, ਔਰ ਕਿਵੇਂ ਜੇਲ੍ਹਾਂ 'ਚ ਉਹਨਾਂ ਨੂੰ ਕੱਢਿਆ, ਉਹਨਾਂ ਨੂੰ ਕਿਵੇਂ ਡਿਫੈਂਡ ਕਰਦੇ ਨੇ ਉਹ ਸਾਰਿਆਂ ਨੂੰ। ਧਰਮ ਸੰਸਦ ਦੇ ਨਾਂ ਥੱਲੇ ਉਹ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਕਾਲ ਦਿੰਦੇ ਨੇ। ਕੋਈ ਤੁਹਾਨੂੰ ਉਹਨਾਂ ਦਾ ਹਿੰਦੂਤਵੀ ਲੀਡਰ ਜਿਹੜਾ ਉਹ ਕੰਡੈਮ ਕਰਦਾ ਨਜ਼ਰ ਨਹੀਂ ਆਉਂਦਾ। ਕਊ ਵਿਜੀਲਾਂਟਿਆਂ ਦੇ ਥੱਲੇ ਕੀ ਨਹੀਂ ਹੋ ਰਿਹਾ। ਤੇ ਸਾਨੂੰ ਹੀ ਬਿਮਾਰੀ ਪਈ ਹੋਈ ਹੈ ਕਿ ਵੀ ਅਸੀਂ ਉਹੀ ਜਿਹੜਾ ਬਿਲਕੁਲ ਸਟਾਕਹੋਮ ਸਿੰਡਰਮ ਵਾਂਗ ਅਸੀਂ ਦੁਸ਼ਮਣ ਦੀ ਤਾਰੀਫ ਕਰਨੀ ਹੈ ਕਿ ਜੀ ਉਹ ਇਵੇਂ ਹੈ ਤੇ ਉਹ ਉਵੇਂ ਹੈ, ਤੇ ਆਪਣਿਆਂ 'ਚੋਂ ਸਾਨੂੰ ਜਿਹੜਾ ਖਾਮੀਆਂ ਹੀ ਨਜ਼ਰ ਆਣੀਆਂ ਨੇ। ਔਰ ਠੀਕ ਕਿਹਾ ਭੈਣ ਜੀ ਗੁਰਮੀਤ ਕੌਰ ਨੇ ਕਿ ਭਾਈ ਜੇ ਅਸੀਂ ਸਾਨੂੰ ਬਾਰ-ਬਾਰ ਬਲੀ ਦੇ ਬੱਕਰੇ ਬਣਾ ਰਹੇ ਨੇ ਤੇ ਅਸੀਂ ਜੇ ਖਲੋਣਾ ਨਹੀਂ ਹੈ ਉਹਨਾਂ ਦੇ ਨਾਲ ਜਿਹੜੇ ਸਾਨੂੰ ਅੱਗੇ ਅਗਵਾਈ ਦੇਣ ਲਈ ਆਉਂਦੇ ਨੇ, ਤੇ ਕੱਲ ਨੂੰ ਫਿਰ ਸਾਨੂੰ ਕੌਣ ਅਗਵਾਈ ਦੇਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।